ਵਾਹਿਗੁਰੂ ਸਾਹਿਬ ਜੀ। ਸ਼ਲੋਕ ਨਿਰਗੁਣ ਆਰ ਇਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭੀ ਨਾਲ। ਅਸ਼ਟਪਦੀ। रमैया के गुण चेत परानी, कवन मूल ते कवन दृष्टानी। जिन तू साज सवार शिंगारिया, गर्भ अगन मह जिने उबारिया। बार व्यवस्था तुझे प्यारे दूध, ਭਰ ਜੋਬਨ ਭੋਜਨ ਸੁਖ ਸੂਦ। ਬਿਰਦ ਪਿਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, बख्श ले हो तो नानक सीजै। ए निर्गुण गुण कछु ना बूझै, बख्श ले हो तो नानक सीजै। धन धन सतगुरु श्री गुरु ग्रंथ साहिब जी महाराज सच्चे पातशाह जी ਦਾ पावन ओट आसरा रख के ਅਤੇ ਪੰਜਵੇਂ ਪਾਤਸ਼ਾਹ श्री गुरु अर्जन साहिब जी ਦੇ पावन ਚਰਨਾਂ ਵਿੱਚ ਆਪਣਾ ਸੀਸ ਨਵਾ ਕੇ ਆਓ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਧੰਨ ਧੰਨ ਸਤਿਗੁਰੂ श्री गुरु अर्जन साहिब महाराज ਸੱਚੇ ਪਾਤਸ਼ਾਹ ਜੀ ਦੀ ਬਹੁਤ ਹੀ ਪਵਿੱਤਰ ਪਿਆਰੀ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਅਸੀਂ ਆਪਣਾ ਚਿੱਤ ਜੋੜਨ ਦਾ ਯਤਨ ਕਰਨ ਲੱਗੇ ਹਾਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਨੇ ਬਹੁਤ ਕਿਰਪਾ ਕਰਕੇ ਅੱਜ ਚੌਥੀ ਅਸ਼ਟਪਦੀ ਤੱਕ ਸਾਨੂੰ ਪਹੁੰਚਾਇਆ ਹੈ। ਜਿਵੇਂ ਤਿੰਨ ਅਸ਼ਟਪਦੀਆਂ ਦੀ ਵਿਚਾਰ ਅਸੀਂ ਸਤਿਗੁਰੂ ਦੀ ਕਿਰਪਾ ਦੇ ਨਾਲ ਹੁਣ ਤੱਕ ਕੀਤੀ ਹੈ, ਜਿਹੜੀ ਚੌਥੀ ਅਸ਼ਟਪਦੀ ਹੈ ਉਹ ਸ਼ੁਰੂ ਹੁੰਦੀ ਹੈ ਸ਼ਲੋਕ ਤੋਂ, ਕਿਉਂਕਿ ਇਹ ਨਿਯਮ ਹੈ ਸੁਖਮਨੀ ਸਾਹਿਬ ਦਾ। ਕਿਸੇ ਵੀ ਅਸ਼ਟਪਦੀ ਦੀ ਸ਼ੁਰੂਆਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਲੋਕ ਤੋਂ ਕਰਦੇ ਨੇ, ਤੇ ਸ਼ਲੋਕ ਦੇ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਿਰਗੁਣ ਆਰ ਇਆਨਿਆ, ਸੋ ਪ੍ਰਭ ਸਦਾ ਸੰਭਾਲ। ਕਹਿੰਦੇ ਨੇ ਹੇ ਗੁਣਹੀਨ ਬੰਦਿਆ, ਇਹ ਇਨਸਾਨ ਤੂੰ ਰੱਬ ਤੋਂ ਦੂਰ ਹੋ ਕੇ ਗੁਣਹੀਨ ਹੋ ਚੁੱਕਾ ਹੈ, ਤੇਰੇ ਵਿੱਚ ਕੋਈ ਗੁਣ ਨਹੀਂ ਰਿਹਾ ਹੈ। ਹੇ ਨਿਆਣੇ ਬੰਦੇ, ਅਣਜਾਣ ਬੰਦੇ, ਮੂਰਖ ਇਨਸਾਨ, ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖ, ਉਹਨੂੰ ਯਾਦ ਕਰ ਜਿਨ੍ਹੇ ਤੇਰੇ ਉੱਤੇ ਬਹੁਤ ਵੱਡੀਆਂ ਰਹਿਮਤਾਂ ਕੀਤੀਆਂ ਨੇ, ਜਿਨੇ ਤੇਰੇ ਉੱਤੇ ਬਹੁਤ ਵੱਡੀ ਹੁਣ ਤੱਕ ਕਿਰਪਾ ਕੀਤੀ ਹੈ, ਤੈਨੂੰ ਇੰਨਾ ਸੋਹਣਾ ਜੀਵਨ ਦਾਨ ਵਜੋਂ ਬਖਸ਼ਿਸ਼ ਕੀਤਾ ਹੈ। ਜਿਨ ਕੀਆ ਤਿਸ ਚੀਤ ਰਖ, ਜਿਨਨੇ ਤੈਨੂੰ ਪੈਦਾ ਕੀਤਾ ਹੈ ਨਾ, ਗੁਰੂ ਅਰਜਨ ਸਾਹਿਬ ਕਹਿੰਦੇ ਉਹਨੂੰ ਆਪਣੇ ਚਿੱਤ ਦੇ ਵਿੱਚ ਰੱਖ, ਆਪਣੇ ਚਿੱਤ ਤੋਂ ਉਹਨੂੰ ਬਾਹਰ ਨਾ ਕੱਢੀ। ਨਾਨਕ ਨਿਭੀ ਨਾਲ, ਇੱਕ ਚੀਜ਼ ਯਾਦ ਰੱਖੀ, ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਚਿੱਤ ਹੋਰਨਾਂ ਦੇ ਪਾਸੇ ਲਾਈ ਫਿਰਦਾ ਹੈ ਨਾ, ਤੂੰ ਪਰਮਾਤਮਾ ਦਾ ਜਿਹੜਾ ਦਰ ਹੈ ਉਹਨੂੰ ਛੱਡ ਕੇ ਆਪਣੇ ਚਿੱਤ ਦੇ ਵਿੱਚ, ਆਪਣੇ ਮਨ ਦੇ ਵਿੱਚ ਦੁਨੀਆਦਾਰੀ ਨੂੰ ਰੱਖੀ ਫਿਰਦਾ ਹੈ ਨਾ, ਤੇ ਸ਼ਾਇਦ ਗੁਰੂ ਅਰਜਨ ਸਾਹਿਬ ਕਹਿੰਦੇ ਤੂੰ ਭੁੱਲ ਗਿਆ ਕਿ ਦੁਨੀਆ ਵਿੱਚ ਇੱਕੋ ਹੀ ਪਰਮਾਤਮਾ ਹੈ ਜਿਹੜਾ ਤੈਨੂੰ ਹਮੇਸ਼ਾ ਯਾਦ ਰੱਖਦਾ ਹੈ, ਭੁੱਲਦਾ ਨਹੀਂ ਹੈ। ਤੂੰ ਰੱਬ ਨੂੰ ਭੁੱਲ ਚੁੱਕਾ ਹੈ, ਰੱਬ ਤੈਨੂੰ ਨਹੀਂ ਭੁੱਲਿਆ। ਇਸ ਲਈ ਤੇਰੇ ਨਾਲ ਉਹਨੇ ਹੀ ਨਿਭਣਾ ਹੈ, ਹੋਰ ਕਿਸੇ ਨੇ ਨਾਲ ਨਹੀਂ ਨਿਭਣਾ। ਉਹਨੂੰ ਤੂੰ ਭੁਲਾ ਕੇ ਇਹ ਸੋਚਦਾ ਹੈ ਕਿ ਮੈਂ ਦੁਨੀਆਦਾਰੀ ਨੂੰ ਮੂਹਰੇ ਰੱਖਾਂ ਤੇ ਸ਼ਾਇਦ ਮੇਰੇ ਨੰਬਰ ਜ਼ਿਆਦਾ ਬਣ ਜਾਣਗੇ ਸੰਸਾਰ ਵਿੱਚ, ਕੁਝ ਜ਼ਿਆਦਾ ਖੱਟੀ ਖੱਟ ਲਵਾਂਗਾ। ਗੁਰੂ ਸਾਹਿਬ ਕਹਿੰਦੇ ਨੇ ਭੋਲਿਆ ਬੰਦਿਆ, ਪਹਿਲਾਂ ਤਾਂ ਰੱਬ ਤੋਂ ਦੂਰ ਹੋ ਕੇ ਤੂੰ ਮੂਰਖ ਹੋ ਗਿਆ। ਨਿਆਣਾਪਣ ਕਰਦਾ ਫਿਰਦਾ ਤੂੰ, ਕਿਉਂਕਿ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਬੈਠਾ ਹੈ।
ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਚਿੱਤ ਦੇ ਵਿੱਚ ਉਹਨੂੰ ਰੱਖ ਲੈ, ਕਦੇ ਉਹਨੂੰ ਉਸਾਰ ਨਾ ਬੈਠੀ। ਅਸੀਂ ਜਦੋਂ ਅਰਦਾਸ ਪੜ੍ਹਦੇ ਹਾਂ ਨਾ, ਤੇ ਅਰਦਾਸ ਦਾ ਇੱਕ ਪਹਿਰਾ ਯਾਦ ਰੱਖਿਓ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ੀਆ ਰਿਆਇਤ, ਦੇਗ ਤਿਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਅਰਦਾਸ ਦੇ ਇਸ ਪਹਿਰੇ ਵਿੱਚ ਸ਼ਬਦ ਵਰਤਿਆ ਗਿਆ ਚਿੱਤ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ, ਚਿੱਤ ਆਵੇ ਚਿੱਤ। ਚਿੱਤ ਤੇ ਚੇਤਾ ਇਹ ਦੋ ਵੱਖੋ ਵੱਖਰੇ ਸ਼ਬਦ ਹੁੰਦੇ ਨੇ। ਗੁਰਬਾਣੀ ਨੂੰ ਆਪਾਂ ਪੜ੍ਹਦੇ ਹਾਂ। ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ ਹੈ। ਜਦੋਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ, ਕੇਲ ਕਰਿੰਦੇ ਹਾਂਜਨੋ, ਅਚਿੰਤੇ ਬਾਜ ਪਏ। ਅਚਿੰਤੇ ਕਿਹਨੂੰ ਕਹਿੰਦੇ ਆਪਾਂ? ਜੋ ਚਿੱਤ ਵਿੱਚ ਨਾ ਹੋਵੇ। ਅਚਿੰਤਾ ਕੰਮ ਪੈ ਗਿਆ, ਜੋ ਚਿੱਤ ਵਿੱਚ ਨਾ ਹੋਵੇ ਆਪਾਂ ਅਚਿੰਤਾ ਕਹਿੰਦੇ ਆ। ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸਾਡੇ ਚਿੱਤ 'ਚ ਨਹੀਂ ਹੁੰਦੀਆਂ, ਪਰ ਅਚਨਚੇਤ ਸਾਨੂੰ ਯਾਦ ਆ ਜਾਂਦੀਆਂ ਨੇ। ਐਦਾਂ ਹੀ ਇਨਸਾਨ ਜਿਹੜਾ ਨਾ ਰੱਬ ਨੂੰ ਭੁੱਲ ਬੈਠਾ ਹੈ, ਪਰਮਾਤਮਾ ਨੂੰ ਭੁੱਲ ਬੈਠਾ ਹੈ, ਮੌਤ ਨੂੰ ਭੁੱਲ ਬੈਠਾ ਹੈ। ਪਰ ਅਚਨਚੇਤ ਜਦੋਂ ਮੌਤ ਦਰਵਾਜ਼ਾ ਖੜਕਾਉਂਦੀ ਹੈ ਨਾ, ਬੰਦਾ ਕਈ ਵਾਰ ਆਪਣੀਆਂ ਅੱਖਾਂ ਦੇ ਸਾਹਮਣੇ ਮੌਤ ਨੂੰ ਦੇਖ ਲੈਂਦਾ ਵੀ ਜਾਣ ਵਾਲਾ ਹੈ, ਸਮਾਂ ਖਤਮ ਹੈ ਹੁਣ ਬਸ ਮੇਰਾ। ਫਰੀਦਾ ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ, ਕੇਲ ਕਰਿੰਦੇ ਹਾਂਜਨੋ, ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ। ਦੋ ਸ਼ਬਦ, ਜੋ ਮਨ ਵਿੱਚ ਚਿੱਤ, ਜੋ ਚਿੱਤ ਵਿੱਚ, ਨਾ ਚੇਤੇ ਸਨ, ਜੋ ਚੇਤੇ ਵਿੱਚ ਨਹੀਂ ਸੀ। ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਰੱਬ ਯਾਦ ਕਰਾ ਦਿੰਦਾ ਜੇ ਜੋ ਅਸੀਂ ਭੁੱਲ ਜਾਂਦੇ ਹਾਂ। ਹੁਣ ਚਿੱਤ ਤੇ ਚੇਤੇ ਦੀ ਮੈਂ ਗੱਲ ਦੱਸ ਦਵਾਂ। ਚਿੱਤ ਵਿੱਚੋਂ ਵਿਸਰ ਗਿਆ ਨਾ, ਚਿੱਤ ਵਿੱਚੋਂ ਨਿਕਲ ਗਿਆ ਨਾ, ਤੇ ਚੇਤੇ 'ਚ ਕਦੇ ਨਹੀਂ ਆਉਣਾ। ਤੇ ਜੋ ਚਿੱਤ ਦੇ ਵਿੱਚ ਹੈ ਉਹ ਚੇਤੇ 'ਚ ਆ ਸਕਦਾ ਹੈ। ਅਸੀਂ ਬਹੁਤ ਵਾਰ ਘਰ ਵਿੱਚ ਕੋਈ ਚੀਜ਼ ਰੱਖ ਕੇ ਭੁੱਲ ਜਾਂਦੇ ਆ ਨਾ, ਫਿਰ ਅਚਨਚੇਤ ਉਹ ਚੀਜ਼ ਲੱਭ ਜਾਏ, ਆਪਾਂ ਕੀ ਕਹਿੰਦੇ ਆ? ਉਹ ਮੈਨੂੰ ਚੇਤਾ ਹੀ ਭੁੱਲ ਗਿਆ ਸੀ, ਚਿੱਤ ਵਿੱਚ ਸੀ, ਚੇਤਾ ਭੁੱਲ ਗਿਆ ਸੀ। ਗੁਰੂ ਦਾ ਸਿੱਖ ਆਪਣੇ ਗੁਰੂ ਤੋਂ ਦੂਰ ਹੋ ਸਕਦਾ ਹੈ, ਲੇਕਿਨ ਉਹਦੇ ਚਿੱਤ 'ਚੋਂ ਗੁਰੂ ਨਹੀਂ ਭੁੱਲਣਾ ਚਾਹੀਦਾ। ਉਹ ਭਟਕ ਸਕਦਾ ਹੈ, ਦੂਰ ਹੋ ਸਕਦਾ ਹੈ, ਭਰਮ ਸਕਦਾ ਹੈ, ਲੇਕਿਨ ਇੱਕ ਟਾਈਮ ਆਉਂਦਾ ਹੈ ਜਦੋਂ ਦੁਬਾਰਾ ਉਹਨੂੰ ਆਪਣੇ ਗੁਰੂ ਦਾ ਦਰਵਾਜ਼ਾ ਯਾਦ ਆ ਜਾਂਦਾ ਹੈ, ਗੁਰੂ ਦਾ ਚੇਤਾ ਆ ਜਾਂਦਾ ਹੈ, ਤੇ ਫਿਰ ਉਹ ਦੁਬਾਰਾ ਬੈਕ ਆ ਜਾਂਦਾ ਹੈ। ਬਹੁਤ ਸਾਰੇ ਲੋਕ ਸਿੱਖੀ ਤੋਂ ਦੂਰ ਹੋ ਚੁੱਕੇ ਨੇ, ਜਾਂ ਦੂਰ ਹੋ ਚੁੱਕੇ ਸੀ, ਪਰ ਬੈਕ ਟੂ ਸਿੱਖੀ ਹੋ ਗਏ ਸਨ, ਫਿਰ ਆ ਗਏ ਵਾਪਸ। ਕਿਉਂ? ਕਿਉਂਕਿ ਉਹ ਅੰਦਰ ਸੀ, ਉਹ ਅੰਦਰੋਂ ਨਿਕਲਿਆ ਨਹੀਂ। ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ, ਮੇਰੇ ਸਤਿਗੁਰੂ ਨੇ ਇਹ ਗੱਲ ਕਹੀ ਹੈ, ਸਿੱਖਾ ਮੈਂ ਤੇਰੇ ਇੱਥੇ ਵਸਦਾ ਹਾਂ। ਸ਼ਾਇਦ ਤੁਹਾਨੂੰ ਯਾਦ ਹੋਵੇ, ਇੱਕ ਵਿਚਾਰ ਵਿੱਚ ਮੈਂ ਕਿਹਾ ਸੀ, ਮੱਥਾ ਟੇਕਣ ਦਾ ਮਤਲਬ ਕੀ ਹੁੰਦਾ ਹੈ? ਤੁਸੀਂ ਮੱਥਾ ਟੇਕਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮੀਨਿੰਗ ਕੀ ਹੈ? ਜੇ ਕਿਸੇ ਨੇ ਨਹੀਂ ਸਿਖਾਇਆ ਤਾਂ ਸਿੱਖੋ। ਮੈਂ ਇਸ ਵੀਡੀਓ 'ਚ ਜਿਹੜਾ ਇਹ ਦੱਸ ਦੇਣਾ ਚਾਹੁੰਦਾ, ਮੱਥਾ ਟੇਕਣਾ ਕਿਹਨੂੰ ਕਹਿੰਦੇ ਨੇ? ਇਹ ਚੀਜ਼ ਸਿੱਖਣ ਵਾਲੀ ਹੈ। ਜਦੋਂ ਅਸੀਂ ਗੁਰੂ ਦੇ ਦਰ ਤੇ ਆਉਨੇ ਨਾ, ਗੁਰਦੁਆਰਾ ਸਾਹਿਬ ਦੇ ਵਿੱਚ ਆਉਨੇ ਆ, ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਆ? ਮਾਲਕ ਦੇ ਪਾਵਨ ਚਰਨਾਂ ਵਿੱਚ ਮੱਥਾ ਟੇਕਦੇ ਆ। ਮੱਥਾ ਟੇਕ ਕੇ ਫਿਰ ਆਪਾਂ ਪਰਿਕਰਮਾ ਕਰਦੇ ਆ। ਉੱਥੇ ਮੱਥਾ ਟੇਕਣ ਦਾ ਮਤਲਬ ਹੈ, ਸਤਿਗੁਰੂ ਅੱਜ ਤੋਂ ਬਾਅਦ ਇਹ ਸੀਸ ਤੇਰਾ ਹੋ ਗਿਆ, ਤੇ ਜਿਹਦਾ ਸਿਰ ਹੋ ਗਿਆ, ਸਰੀਰ ਸਾਰਾ ਹੀ ਉਹਦਾ ਹੋ ਗਿਆ, ਕਿਉਂਕਿ ਸਿਰ ਦੇ ਨਾਲ ਸਰੀਰ ਚੱਲਦਾ ਹੈ। ਅੱਜ ਤੋਂ ਬਾਅਦ ਇਹ ਸੀਸ ਤੇਰਾ ਹੋ ਗਿਆ, ਸਤਿਗੁਰੂ ਕਿਰਪਾ ਕਰੀ ਅੱਜ ਤੋਂ ਬਾਅਦ ਕਦੇ ਵੀ ਇਹ ਸੀਸ ਮਾੜੇ ਕੰਮ ਨਹੀਂ ਕਰੇਗਾ, ਕਿਉਂਕਿ ਇਹਦੇ ਨਾਲ ਅੱਖਾਂ ਜੁੜੀਆਂ ਨੇ, ਕੰਨ ਜੁੜੇ ਨੇ, ਜ਼ੁਬਾਨ ਜੁੜੀ ਹੈ, ਨਾਸਕਾ ਜੁੜੀ ਹੈ, ਪੂਰੀ ਬੋਡੀ ਸਰੀਰ ਦੇ ਨਾਲ ਤੁਰਦੀ ਹੈ। ਤੇ ਮੇਰੇ ਮਾਲਕ ਜੀ ਕਦੇ ਵੀ ਇਹ ਸਰੀਰ ਮਾੜੇ ਪਾਸੇ ਨਹੀਂ ਜਾਵੇਗਾ। ਅੱਖਾਂ ਮਾੜਾ ਨਹੀਂ ਵੇਖਣਗੀਆਂ, ਜ਼ੁਬਾਨ ਮਾੜਾ ਨਹੀਂ ਬੋਲੇਗੀ, ਕੰਨ ਮਾੜਾ ਨਹੀਂ ਸੁਣਗੇ, ਪੈਰ ਮਾੜੇ ਪਾਸੇ ਨਹੀਂ ਜਾਣਗੇ, ਹੱਥ ਮਾੜੇ ਪਾਸੇ ਨਹੀਂ ਜਾਣਗੇ। ਇਹ ਮੀਨਿੰਗ ਹੈ ਕਿ ਅਸੀਂ ਪ੍ਰੋਪਰਲੀ ਅੱਜ ਤੋਂ ਬਾਅਦ ਸਤਿਗੁਰੂ ਤੇਰੇ ਹੋ ਗਏ। ਪਰਿਕਰਮਾ ਕਰਨ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਤੇਰੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ। ਤੂੰ ਸਾਡਾ ਕੇਂਦਰ ਹੈ, ਅਸੀਂ ਤੇਰੇ ਆਸੇ-ਪਾਸੇ ਹੀ ਜ਼ਿੰਦਗੀ ਘੁਮਾਵਾਂਗੇ, ਕੇਂਦਰ ਤੋਂ ਬਾਹਰ ਨਹੀਂ ਜਾਣਾ। ਸੋਚਿਓ, ਸੂਰਜ ਦੇ ਆਸੇ-ਪਾਸੇ ਧਰਤੀ ਘੁੰਮਦੀ ਹੈ, ਤੇ ਜੇ ਸੂਰਜ ਤੋਂ ਧਰਤੀ ਬਗਾਵਤ ਕਰ ਜਾਏ ਕਿ ਮੈਂ ਅੱਜ ਤੋਂ ਬਾਅਦ ਤੇਰੇ ਆਸੇ-ਪਾਸੇ ਕਿਉਂ ਘੁੰਮਾਂ, ਧਰਤੀ ਨਹੀਂ ਰਹੇਗੀ, ਖਤਮ ਹੋ ਜਾਏਗੀ। ਸਾਡਾ ਕੇਂਦਰ ਕੀ ਹੈ? ਗੁਰੂ ਗ੍ਰੰਥ ਸਾਹਿਬ। ਜਿਸ ਦਿਨ ਅਸੀਂ ਆਪਣੇ ਗੁਰੂ ਤੋਂ ਬਾਗੀ ਹੋ ਜਾਂਦੇ ਨਾ, ਸਿੱਖ ਕਹਿ ਦੇ ਸਤਿਗੁਰੂ ਮੈਨੂੰ ਤੇਰੀ ਜ਼ਰੂਰਤ ਨਹੀਂ ਹੈ, ਉਸ ਦਿਨ ਹੀ ਖਤਮ ਹੈ ਕਹਾਣੀ।
ਸਿੱਖ ਮਰ ਗਿਆ, ਖਤਮ ਹੋ ਗਿਆ, ਸਿੱਖ ਦੀ ਮੌਤ ਹੋ ਜਾਂਦੀ ਉਸ ਦਿਨ। ਪਰ ਜਿਸ ਦਿਨ ਸਿੱਖ ਇਹ ਵਾਅਦਾ ਕਰੇਗਾ ਸਤਿਗੁਰੂ ਭਟਕ ਜਾਵਾਂਗਾ ਨਾ ਕਿਤੇ, ਤਾਂ ਕਿਰਪਾ ਕਰੀ ਫਿਰ ਆਪਣੇ ਪੱਲੇ ਨਾਲ ਲਾ ਲਵੀਂ। ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ। ਨਾ ਦੁਨੀਆ ਦੀ ਉਸਤਤ ਦੀ ਪਰਵਾਹ, ਨਾ ਮੈਨੂੰ ਦੁਨੀਆ ਦੀ ਨਿੰਦਾ ਦੀ ਪਰਵਾਹ, ਕਿਉਂਕਿ ਮੈਂ ਤੇਰੇ ਘਰ ਦੇ ਮੂਹਰੇ ਖੜ ਗਿਆ ਹਾਂ, ਹੁਣ ਤੇਰਾ ਬਣ ਗਿਆ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ। ਹੱਬ ਕਿੰਜ ਤਿਆਗੀ, ਸਭ ਕੁਝ ਤਿਆਗ ਦਿੱਤਾ। ਹੱਬੇ ਸਾਕ ਕੁੜਾਵੇ ਡਿੱਠੇ, ਹੱਬੇ ਸਾਕ ਕੁੜਾਵੇ ਡਿੱਠੇ। ਦੁਨੀਆਦਾਰੀ ਦੇ ਸਾਰੇ ਸਾਕ, ਆ ਰਿਸ਼ਤੇ ਝੂਠੇ ਦਿਸੇ ਨੇ ਮੈਨੂੰ। ਹੱਬੇ ਸਾਕ ਕੁੜਾਵੇ ਡਿੱਠੇ, ਤੋ ਪੱਲੇ ਤੈਂਡੇ ਲਾਗੀ। ਅੱਜ ਤੋਂ ਬਾਅਦ ਗੁਰੂ ਦਾ ਸਿੱਖ ਕਹਿੰਦਾ ਮਹਾਰਾਜ ਮੈਂ ਤੇਰੇ ਪੱਲੇ ਲੱਗ ਗਿਆ, ਮੈਨੂੰ ਤੇਰਾ ਘੁੱਟ ਕੇ ਪੱਲਾ ਫੜਨ ਦੀ ਇੱਕ ਵਾਰੀ ਇਜਾਜ਼ਤ ਦੇ ਦੇ, ਇੱਕ ਵਾਰੀ ਫੜਾ ਦੇ ਪੱਲਾ, ਫਿਰ ਤੇਰਾ ਪੱਲਾ ਨਹੀਂ ਮੈਂ ਛੱਡਾਂਗਾ। ਜਿਨ੍ਹਾਂ ਨੇ ਫੜਿਆ ਉਹਨਾਂ ਨੇ ਜ਼ਿੰਦਗੀ ਸਫਲ ਵੀ ਕੀਤੀ ਗੁਰਮੁਖੋ। ਬਸ ਇੰਨਾ ਕੁ ਸਿੱਖਣਾ ਹੈ ਆਪਾਂ। ਜਦੋਂ ਵੀ ਗੁਰਦੁਆਰੇ ਸਾਹਿਬ ਦੇ ਵਿੱਚ ਆਈਏ ਇਹ ਚੀਜ਼ ਜ਼ਰੂਰ ਨੋਟ ਕਰੀਏ। ਹੁਣ ਮੈਂ ਇਹ ਵੀ ਦੱਸ ਦਵਾਂ ਕਿ ਪਿਤਾ ਆਪਣੀ ਧੀ ਨੂੰ ਉਹਦੇ ਹੋਣ ਵਾਲੇ ਪਤੀ ਦਾ ਪੱਲਾ ਕਿਉਂ ਫੜਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਰਾਗੀ ਸਿੰਘ ਇਹ ਸ਼ਬਦ ਗਾਇਨ ਕਰਦੇ ਨੇ। ਭਾਵੇਂ ਕਿ ਵੇਖਿਆ ਜਾਏ ਤਾਂ ਇਹ ਸ਼ਬਦ ਸਿਧਾਂਤਕ ਪੱਖ ਤੋਂ ਉੱਥੇ ਗਾਉਣਾ ਗਲਤ ਹੈ, ਨਹੀਂ ਗਾਉਣਾ ਚਾਹੀਦਾ, ਕਿਉਂਕਿ ਇਹ ਸਿਧਾਂਤਕ ਪੱਖ ਤੋਂ ਸ਼ਬਦ ਜਿਹੜਾ ਪਰਮਾਤਮਾ ਤੇ ਆਤਮਾ ਦੀ ਗੱਲ ਹੈ, ਸਿੱਖ ਤੇ ਗੁਰੂ ਦੀ ਗੱਲ ਹੈ, ਆਮ ਇਨਸਾਨ ਦੀ ਗੱਲ ਨਹੀਂ। ਬੰਦੇ ਦਾ ਪੱਲਾ ਇੱਕ ਔਰਤ ਪਕੜ ਰਹੀ ਹੈ, ਪਤੀ ਦਾ ਪੱਲਾ ਪਤਨੀ ਪਕੜ ਰਹੀ ਹੈ। ਉਹ ਪੱਲੇ ਦਾ ਸ਼ਬਦ ਇੱਥੇ ਗਾਉਣਾ ਜਾਇਜ਼ ਨਹੀਂ ਹੈ, ਪਰ ਗਾਇਆ ਜਾ ਰਿਹਾ ਹੈ। ਚਲੋ ਖੈਰ ਸਮਝ ਆਏਗੀ ਹੌਲੀ ਹੌਲੀ ਸਾਨੂੰ, ਤੇ ਆਪਾਂ ਸਿੱਧੇ ਪਾਸੇ ਤੁਰਾਂਗੇ। ਜਦੋਂ ਪੱਲਾ ਪਕੜਾਇਆ ਜਾਂਦਾ ਉਹਦਾ ਮੀਨਿੰਗ ਹੁੰਦਾ ਹੈ ਅੱਜ ਤੋਂ ਬਾਅਦ ਅਸੀਂ ਦੋਨੋਂ ਇੱਕ ਦੂਜੇ ਨਾਲ ਵਾਅਦਾ ਕਰਦੇ ਹਾਂ ਇੱਕ ਦੂਜੇ ਦਾ ਪੱਲਾ ਨਹੀਂ ਛੱਡਾਂਗੇ। ਮੀਨਿੰਗ ਇਹੀ ਹੁੰਦਾ ਹੈ, ਅੱਜ ਤੋਂ ਬਾਅਦ ਇੱਕ ਦੂਜੇ ਨਾਲ ਵਾਅਦਾ ਕਰਦੇ ਹਾਂ ਇੱਕ ਦੂਜੇ ਦਾ ਪੱਲਾ ਨਹੀਂ ਛੱਡਾਂਗੇ, ਜ਼ਿੰਦਗੀ ਇੱਕ ਦੂਜੇ ਦਾ ਪੱਲਾ ਪਕੜ ਕੇ ਗੁਜ਼ਾਰਾਂਗੇ। ਅਗਾਂਹ ਜਾ ਕੇ ਜ਼ਿੰਦਗੀ ਦੇ ਵਿੱਚ ਵਾਧ ਘਾਟ ਹੁੰਦੀ ਹੈ ਤੇ ਆਪਾਂ ਇੱਕ ਦੂਜੇ ਤੋਂ ਜੁਦਾ ਵੀ ਹੋ ਜਾਂਦੇ ਹਾਂ, ਉਹ ਵੱਖਰਾ ਟੌਪਿਕ ਹੈ, ਪਰ ਵਾਅਦਾ ਕਰਨ ਦੇ ਲਈ ਅਸੀਂ ਇੱਕ ਦੂਜੇ ਦਾ ਪੱਲਾ ਪਕੜਦੇ ਹਾਂ। ਹੁਣ ਮੈਂ ਗੱਲ ਕਹਿ ਦਵਾਂ, ਗੁਰੂ ਦਾ ਸਿੱਖ ਵੀ ਗੁਰੂ ਦਾ ਪੱਲਾ ਪਕੜਦਾ ਹੈ, ਲੇਕਿਨ ਜਿਹੜਾ ਉੱਥੇ ਵਾਅਦਾ ਕਰਦਾ ਹੈ ਨਾ, ਉਸ ਵਾਅਦੇ ਨੂੰ ਗੁਰੂ ਦਾ ਸਿੱਖ ਜੇ ਸੱਚਾ ਹੋਵੇਗਾ ਤੇ ਕਦੇ ਨਹੀਂ ਛੱਡੇਗਾ। ਗੁਰੂ ਦਾ ਸਿੱਖ ਕਹੇਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਤੇਰਾ ਘੁੱਟ ਕੇ ਪੱਲਾ ਫੜ ਲਿਆ, ਮਰ ਜਾਵਾਂਗਾ ਪੱਲਾ ਨਹੀਂ ਛੱਡਣ ਲੱਗਾ ਮੈਂ। ਹੁਣ ਵੇਖ ਲਿਓ ਜਿਨ੍ਹਾਂ ਨੇ ਘੁੱਟ ਕੇ ਪੱਲੇ ਪਕੜੇ ਨੇ ਉਹ ਟੋਟੇ ਟੋਟੇ ਹੋ ਗਏ, ਨਹੀਂ ਛੱਡੇ ਉਹਨਾਂ ਨੇ। ਚਰਖੜੀਆਂ ਤੇ ਚੜ ਗਏ, ਨਹੀਂ ਛੱਡੇ ਉਹਨਾਂ ਨੇ। ਸੀਸ ਕੁਰਬਾਨ ਕਰ ਦਿੱਤੇ, ਪਰਿਵਾਰਾਂ ਦੇ ਪਰਿਵਾਰ ਕੁਰਬਾਨ ਕਰ ਦਿੱਤੇ, ਨਹੀਂ ਛੱਡੇ ਉਹਨਾਂ ਨੇ। ਜਿਨ੍ਹਾਂ ਨੇ ਆਪਣੇ ਗੁਰੂ ਦਾ ਘੁੱਟ ਕੇ ਪੱਲਾ ਪਕੜ ਲਿਆ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਦੁਨੀਆਦਾਰੀ ਦੀ ਪਰਵਾਹ ਨਹੀਂ, ਹੇ ਕਲਗੀਆਂ ਵਾਲਿਆ ਸਾਨੂੰ ਤੇਰਾ ਸਹਾਰਾ ਚਾਹੀਦਾ ਹੈ। ਬਸ ਆਹੀ ਸਿੱਖਣਾ ਹੈ ਆਪਾਂ। ਜੇ ਸਾਡੇ ਪੱਲੇ ਪੈ ਗਿਆ ਤੇ ਪੂਰੇ ਸੁਖਮਨੀ ਸਾਹਿਬ ਦੀ ਵਿਚਾਰ ਸਾਡੇ ਜੀਵਨ 'ਚ ਵਸ ਜਾਏਗੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਅਸ਼ਟਪਦੀ ਸ਼ੁਰੂ ਕੀਤੀ ਹੈ, ਚੌਥੀ ਸ਼ਲੋਕ ਦੇ ਵਿੱਚ ਇਹ ਬਚਨ ਕੀਤੇ ਨੇ ਕਿ ਹੇ ਗੁਣਹੀਣ ਬੰਦੇ ਉਸ ਮਾਲਕ ਨੂੰ ਯਾਦ ਰੱਖ ਜਿਨੇ ਤੈਨੂੰ ਪੈਦਾ ਕੀਤਾ। ਫਿਰ ਸ਼ੁਰੂਆਤ ਕਰਦੇ ਨੇ ਰਮਈਆ ਕੇ ਗੁਣ ਚੇਤ ਪ੍ਰਾਨੀ। ਪ੍ਰਾਣੀ ਦਾ ਮਤਲਬ ਹੈ ਪ੍ਰਾਣਾ ਨਾਲ ਚੱਲਣ ਵਾਲਾ ਬੰਦਾ, ਸਵਾਸਾਂ ਦੀ ਖੇਡ ਅਨੁਸਾਰ ਤੁਰਨ ਵਾਲਾ ਇਨਸਾਨ। ਸਵਾਸ ਆ ਰਹੇ ਨੇ ਜਾ ਰਹੇ ਨੇ ਤਾਂ ਆਪਾਂ ਜਿਉਂਦੇ ਹਾਂ। ਕਹਿੰਦੇ ਨੇ ਹੇ ਬੰਦਿਆ ਤੇਰੀ ਜ਼ਿੰਦਗੀ ਪ੍ਰਾਣਾ ਤੇ ਖੜੀ ਹੈ, ਸਵਾਸਾਂ ਤੇ ਖੜੀ ਹੈ, ਪਰ ਸਵਾਸ ਕਿਹਨੇ ਪੈਦਾ ਕੀਤੇ? ਹਵਾ ਕਿਹਨੇ ਪੈਦਾ ਕੀਤੀ? ਪਰਮਾਤਮਾ ਨੇ। ਇਹ ਕਿਡਨੀਆਂ ਕਿਹਨੇ ਦਿੱਤੀਆਂ ਤੈਨੂੰ? ਇਹ ਸਰੀਰ ਦਾ ਇੱਕ ਇੱਕ ਪਾਰਟ ਕਿਹਨੇ ਲਾਇਆ ਤੈਨੂੰ? ਪਰਮਾਤਮਾ ਨੇ। ਹੇ ਸਵਾਸਾਂ ਦੇ ਸਹਾਰੇ ਜੀਣ ਵਾਲੇ ਬੰਦਿਆ ਚੇਤੇ ਕਰ ਕਿਨੂੰ? ਰਮਈਆ ਕੇ ਗੁਣ, ਰੱਬ ਦੇ ਪਰ ਉਪਕਾਰ, ਰੱਬ ਦੇ ਗੁਣ, ਜਿਨੇ ਤੈਨੂੰ ਇੰਨਾ ਸੋਹਣਾ ਜੀਵਨ ਦਿੱਤਾ ਕਿ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਆਪਣੀ ਹਸਤੀ ਦੇਖ, ਰੱਬ ਨੇ ਕਿੱਥੋਂ ਤੈਨੂੰ ਚੁੱਕਿਆ ਤੇ ਪ੍ਰਮਾਤਮਾ ਨੇ ਕਿੱਥੇ ਤੈਨੂੰ ਪਹੁੰਚਾ ਦਿੱਤਾ। ਕਿਹੜਾ ਤੇਰਾ ਮੁੱਢ ਸੀ ਤੇ ਕਿੱਥੋਂ ਚੁੱਕ ਕੇ ਪ੍ਰਮਾਤਮਾ ਨੇ ਤੈਨੂੰ ਇੰਨਾ ਸੋਹਣਾ ਬਣਾਇਆ ਕਿ ਤੇਰੇ ਸਰੀਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਪੂਰੀ ਮਿਹਰ ਵਰਸਾ ਦਿੱਤੀ। ਅੱਜ ਬੰਦਾ ਬੰਦੇ ਦਾ ਸਰੀਰ ਵੇਖਦਾ ਹੈ ਨਾ ਤੇ ਵੇਖਦਾ ਹੀ ਰਹਿ ਜਾਂਦਾ ਹੈ। ਕਿਉਂ? ਕਿਉਂਕਿ ਸੁੰਦਰਤਾ ਹੀ ਇੰਨੀ ਮਹਾਨ ਹੁੰਦੀ ਹੈ। ਇੱਕ ਦਿਨ ਮੈਂ ਪਹਿਲਾਂ ਵੀ ਵਰਜ ਕੀਤੀ ਸੀ ਨਾ, ਇੱਕ ਫਕੀਰ ਨੇ ਇੱਕ ਔਰਤ ਵੱਲ ਵੇਖ ਕੇ ਕਿਹਾ ਕਿ ਮੈਂ ਤੈਨੂੰ ਨਹੀਂ ਵੇਖ ਰਿਹਾ, ਮੈਂ ਇਹ ਸੋਚਦਾ ਕਿ ਜਿਨੇ ਤੈਨੂੰ ਪੈਦਾ ਕੀਤਾ ਉਹ ਕਿੰਨਾ ਸੋਹਣਾ ਹੋਵੇਗਾ, ਕਿਉਂਕਿ ਤੇਰੇ ਉੱਤੋਂ ਹੀ ਨਹੀਂ ਨਿਗਾਹ ਹਟਦੀ। ਜਿਨੇ ਤੈਨੂੰ ਬਣਾਇਆ ਉਹ ਕਿੰਨਾ ਕਮਾਲ ਦਾ ਹੋਏਗਾ। ਫੁੱਲਾਂ ਨੂੰ ਵੇਖ ਕੇ ਭਰਮ ਜਾਂਦੇ ਨਾ ਆਪਾਂ,
ਜਿਹਨੇ ਫੁੱਲ ਪੈਦਾ ਕੀਤੇ ਨੇ ਉਹ ਕਿੰਨਾ ਕਮਾਲ ਦਾ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨੇ ਬੰਦੇ ਉਹਨੂੰ ਯਾਦ ਰੱਖ ਜਿਹਨੇ ਇਸ ਸਰੀਰ ਨੂੰ ਤਿਆਰ ਕੀਤਾ। ਦੇਖ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਕਿੰਨੀਆਂ ਗੱਲਾਂ ਨੇ। ਜਿਨ ਤੂੰ ਸਾਜ, ਜਿਸ ਪ੍ਰਮਾਤਮਾ ਨੇ ਤੈਨੂੰ ਸਾਜ ਕੇ, ਵੇਖੋ ਜਿਸ ਪ੍ਰਮਾਤਮਾ ਨੇ ਤੈਨੂੰ ਸਾਜ ਕੇ ਸਵਾਰਿਆ ਤੇ ਸ਼ਿੰਗਾਰਿਆ, ਸਾਰੀਆਂ ਗੱਲਾਂ ਕਮਾਲ ਦੀਆਂ ਨੇ। ਤੈਨੂੰ ਪੈਦਾ ਵੀ ਕੀਤਾ, ਤੈਨੂੰ ਸਵਾਰਿਆ ਵੀ ਹੈ ਤੇ ਤੈਨੂੰ ਸ਼ਿੰਗਾਰਿਆ ਵੀ ਹੈ। ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਗੱਲ ਯਾਦ ਆ ਜਾਂਦੀ, ਜਿੱਥੇ ਪਾਵਨ ਬਾਣੀ ਦਾ ਬਚਨ ਹੈ, ਕਹਿੰਦੇ ਨੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੂੰ ਬਹੁਤ ਮਹਾਨ ਹੈ, ਤੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ ਹੈ, ਸਿਰਜਿਆ ਵੀ ਹੈ ਤੇ ਸਵਾਰਿਆ ਵੀ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ। ਅਕਾਲ ਪੁਰਖ ਵਾਹਿਗੁਰੂ ਦੀ ਕਰਾਮਾਤ ਹੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ। ਦੇਖਿਓ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਸਵਾਰਿਆ ਵੀ ਹੈ, ਸ਼ਿੰਗਾਰਿਆ ਵੀ ਹੈ, ਸਾਜਿਆ ਵੀ ਹੈ। ਕੱਲਾ ਬਣਾ ਕੇ ਨਹੀਂ ਛੱਡ ਦਿੱਤਾ, ਉਹਨੇ ਤੈਨੂੰ ਸੁੰਦਰਤਾ ਵੀ ਕਮਾਲ ਦੀ ਦਿੱਤੀ, ਸ਼ਿੰਗਾਰਿਆ ਵੀ ਤੈਨੂੰ। ਉਹ ਘਰ ਹੀ ਕਾਹਦਾ ਜਿਹਨੂੰ ਸ਼ਿੰਗਾਰਿਆ ਨਾ ਜਾਏ। ਘਰ ਲੈਣ ਤੋਂ ਬਾਅਦ, ਸਵਾਰਨ ਤੋਂ ਬਾਅਦ ਸ਼ਿੰਗਾਰਦੇ ਨਾ ਆਪਾਂ, ਉਹਦੀ ਸਜਾਵਟ ਕਰਦੇ ਹਾਂ, ਵਿੱਚ ਫੁੱਲ ਲਗਾਉਂਦੇ ਹਾਂ, ਸਿੰਦਰੀਆਂ ਲਗਾਉਂਦੇ ਹਾਂ, ਘਰ ਦੀ ਸਜਾਵਟ ਵਾਸਤੇ ਚੰਗੀਆਂ ਚੰਗੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ। ਕਿਉਂ ਭਲਾ? ਘਰ ਤਾਂ ਘਰ ਹੀ ਹੈ, ਪਰ ਸ਼ਿੰਗਾਰਦੇ ਇਸ ਲਈ ਆ ਕਿ ਇਹਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲੱਗ ਜਾਣ, ਇਹਦੀ ਸੁੰਦਰਤਾ ਹੋਰ ਖਿੜ ਉੱਠੇ, ਹੋਰ ਸੋਹਣਾ ਲੱਗਣ ਲੱਗ ਪਏ, ਚੰਗਾ ਲੱਗਣ ਲੱਗ ਪਏ। ਬਸ ਆਹੀ ਤਾਂ ਸਮਝਣਾ ਆਪਾਂ। ਸਾਡੇ ਸਤਿਗੁਰੂ ਨੇ ਸਾਨੂੰ ਜੀਵਨ ਹੀ ਇੰਨਾ ਪਿਆਰਾ ਦਿੱਤਾ। ਆਹ ਸਾਨੂੰ ਸਤਿਗੁਰੂ ਨੇ ਕਿਉਂ ਕਿਹਾ ਸੀ ਕਿ ਜਿਹੜੀ ਦਿੱਖ ਅਕਾਲ ਪੁਰਖ ਵਾਹਿਗੁਰੂ ਨੇ ਬੰਦਿਆ ਤੈਨੂੰ ਦਿੱਤੀ ਹੈ ਨਾ, ਕਮਾਲ ਦੀ ਹੈ। ਜੇ ਬੰਦੇ ਨੂੰ ਦਾੜੀ ਦਿੱਤੀ ਹੈ ਨਾ, ਤੇ ਪ੍ਰਮਾਤਮਾ ਨੇ ਕਿਸੇ ਕਾਰਨ ਵਾਸਤੇ ਦਿੱਤੀ ਹੈ। ਅੱਜ ਦਾੜੀਆਂ ਕੇਸ ਕਟਾ ਕੇ ਖੁਦ ਨੂੰ ਇਹ ਕਹਿੰਦੇ ਹੋ ਨਾ ਕਿ ਅਸੀਂ ਗੁਰੂ ਨਾਨਕ ਦੇ ਯਾਰ ਹਾਂ। ਤੁਸੀਂ ਗੁਰੂ ਨਾਨਕ ਦੇ ਯਾਰ ਹੋ? ਤੁਸੀਂ ਤਾਂ ਗੁਰੂ ਨਾਨਕ ਸਾਹਿਬ ਦੀ ਇੱਕ ਵੀ ਗੱਲ ਨਹੀਂ ਫੋਲੋ ਕੀਤੀ। ਕਿਹੜੇ ਪਾਸਿਓਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਯਾਰ ਹੋ? ਕੇਸ ਕਟਵਾ ਕੇ ਕੈਂਚੀ ਵਾਹੁਣ ਲੱਗਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਗੁਰੂ ਨਾਨਕ ਦੇ ਯਾਰ ਜਿਹੜੇ ਨੇ ਉਹ ਕਦੇ ਵੀ ਉਸ ਆਪਣੇ ਸਤਿਗੁਰੂ ਦੀ ਦਿੱਤੀ ਹੋਈ ਪਿਆਰੀ ਦਾਤ ਨੂੰ ਗੁਨਾਹ ਸਮਝ ਕੇ ਛੱਡਦੇ ਨਹੀਂ ਹੈ। ਕਿ ਕਦੇ ਸਾਹਿਬਜ਼ਾਦਿਆਂ ਨੂੰ ਤੁਸੀਂ ਵੇਖਿਆ ਕੇਸ ਕਟਾਏ ਨੇ? ਕਿ ਕਦੇ ਸਾਡੇ ਗੁਰੂਆਂ ਨੇ ਕਿਹਾ ਕੇਸ ਕਟਾਓ? ਨਹੀਂ ਕਿਹਾ ਨਾ। ਫਿਰ ਕਿਹੜੇ ਪਾਸਿਓਂ ਤੁਸੀਂ ਆਪਣੇ ਆਪ ਨੂੰ ਗੁਰੂ ਨਾਨਕ ਦੇ ਯਾਰ ਖਵਾਉਂਦੇ ਹੋ? ਤੇ ਜਿਹੜੇ ਬਾਬੇ ਐਸੇ ਲੋਕਾਂ ਦੀ ਸਪੋਰਟ ਕਰਦੇ ਨੇ ਨਾ ਸ਼ਰੇਆਮ, ਉਹ ਵੀ ਗੁਨਾਹਗਾਰ ਨੇ ਰੱਬ ਦੇ ਦਰ ਦੇ। ਯਾਦ ਰੱਖਿਓ, ਜਿਸ ਦੇ ਨਾਲ ਸਾਨੂੰ ਪਿਆਰ ਹੋਵੇ ਨਾ, ਉਹਦੀ ਹਰ ਇੱਕ ਚੀਜ਼ ਨਾਲ ਸਾਨੂੰ ਪਿਆਰ ਹੁੰਦਾ। ਸਾਨੂੰ ਆਪਣੇ ਗੁਰੂ ਨਾਲ ਪਿਆਰ ਹੈ ਤੇ ਗੁਰੂ ਦੀ ਇਹ ਦਿੱਤੀ ਹੋਈ ਦਿੱਖ ਨਾਲ ਵੀ ਪਿਆਰ ਹੈ। ਗੁਰੂ ਨੇ ਦਸਤਾਰ ਦਿੱਤੀ, ਪਿਆਰ ਹੈ ਸਾਨੂੰ। ਕੇਸ ਦਿੱਤੇ ਨੇ, ਪਿਆਰ ਹੈ ਸਾਨੂੰ। ਪੰਜ ਕਕਾਰੀ ਵਰਦੀ ਦਿੱਤੀ, ਪਿਆਰ ਹੈ ਸਾਨੂੰ। ਕਿਉਂਕਿ ਸਾਡਾ ਸਤਿਗੁਰੂ ਪਿਆਰ ਹੈ, ਉਹਦੀ ਹਰ ਇੱਕ ਚੀਜ਼ ਨਾਲ ਸਾਨੂੰ ਪਿਆਰ ਹੈ। ਆਪਾਂ ਕਿਉਂ ਛੋਟੀਆਂ ਛੋਟੀਆਂ ਚੀਜ਼ਾਂ ਸਾਂਭ ਕੇ ਰੱਖਦੇ ਹਾਂ? ਆ ਜ਼ਿੰਦਗੀ ਵਿੱਚ ਸਾਡਾ ਕੋਈ ਪਿਆਰਾ ਬਣ ਜਾਏ, ਸਾਨੂੰ ਕਿਸੇ ਨਾਲ ਮੁਹੱਬਤ ਹੋ ਜਾਏ, ਸਾਨੂੰ ਛੋਟਾ ਜਿਹਾ ਗਿਫਟ ਵੀ ਦੇ ਦੇਵੇ, ਆਪਾਂ ਕਿਉਂ ਸਾਂਭ ਕੇ ਰੱਖਦੇ ਹਾਂ? ਕਿਉਂ ਉਹਨੂੰ ਬਾਰ-ਬਾਰ ਦੇਖਦੇ ਹਾਂ ਵੀ ਉਹਨੇ ਸਾਨੂੰ ਦਿੱਤਾ ਹੈ? ਕਿਉਂ ਭਲਾ? ਕਿਉਂਕਿ ਉਹਦੀ ਦਿੱਤੀ ਹੋਈ ਚੀਜ਼ ਵਿੱਚੋਂ ਸਾਨੂੰ ਆਪਣੇ ਪਿਆਰੇ ਦੇ ਦਰਸ਼ਨ ਹੁੰਦੇ ਨੇ। ਤੇ ਮਾਲਕ ਦੀ ਦਿੱਤੀ ਹੋਈ ਇਸ ਦਾਤ ਵਿੱਚੋਂ, ਕੇਸਾਂ ਵਿੱਚੋਂ, ਇਹ ਪੰਜਕਾਰੀ ਵਰਦੀ ਵਿੱਚੋਂ, ਇਹ ਸਾਬਤ ਸੂਰਤ ਜੋ ਮਾਲਕ ਦੀ ਦਾਤ ਹੈ, ਇਹਦੇ ਵਿੱਚੋਂ ਵੀ ਸਾਨੂੰ ਸਾਡਾ ਜਿਹੜਾ ਸਤਿਗੁਰੂ ਆ ਦਿਸਣਾ ਚਾਹੀਦਾ। ਸੋ ਕਦੇ ਵੀ ਆਪਣੀ ਸੂਰਤ ਨੂੰ ਨਾ ਭੰਨਿਓ, ਕਿਉਂਕਿ ਸੁੰਦਰਤਾ ਬਾ ਕਮਾਲ ਹੈ ਇਹਦੇ ਵਿੱਚ, ਜਿਹੜੀ ਸਾਡੇ ਬਾਪੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਕਹਿੰਦੇ ਨੇ ਗਰਭ ਅਗਨ ਮਹਿ ਜਿਨੇ ਉਬਾਰਿਆ। ਫਿਰ ਅਗਲੀ ਪੰਕਤੀ ਕਿ ਉਸ ਪ੍ਰਮਾਤਮਾ ਨੂੰ ਯਾਦ ਰੱਖ ਜਿਸ ਨੇ ਤੈਨੂੰ ਮਾਂ ਦੇ ਪੇਟ ਵਿੱਚ ਵੀ ਰੱਖਿਆ ਤੇਰੀ ਕੀਤੀ, ਉੱਥੇ ਵੀ ਤੈਨੂੰ ਸਾਂਭਿਆ, ਤੈਨੂੰ ਬਚਾਇਆ। ਗਰਭ ਦੀ ਅਗਨ, ਉੱਥੇ ਵੀ ਪ੍ਰਮਾਤਮਾ ਨੇ ਤੇਰੀ ਰੱਖਿਆ ਕੀਤੀ। ਭਾਵ ਜਦੋਂ ਤੇਰੀ ਜ਼ਿੰਦਗੀ ਅਜੇ ਸ਼ੁਰੂ ਹੋ ਰਹੀ ਸੀ, ਪ੍ਰਮਾਤਮਾ ਉੱਥੇ ਵੀ ਆਪਣੇ ਬਣਾਏ ਹੋਏ ਨਿਯਮਾਂ ਦੇ ਅਨੁਸਾਰ ਤੇਰੀ ਰੱਖਿਆ ਕਰ ਰਿਹਾ ਸੀ। ਬਾਰ ਵਿਵਸਥਾ, ਜਦੋਂ ਤੂੰ ਬੱਚਾ ਸੀ, ਤੁਝੇ ਪਿਆਰਾ ਦੁੱਧ, ਤੈਨੂੰ ਦੁੱਧ ਚੰਗਾ ਲੱਗਦਾ ਸੀ ਨਾ, ਤੇ ਪ੍ਰਮਾਤਮਾ ਨੇ ਤੈਨੂੰ ਮਾਂ ਦੇ ਰਾਹੀਂ ਦੁੱਧ ਪਿਲਾਇਆ। ਤੇਰੇ ਜੰਮਣ ਤੋਂ ਪਹਿਲਾਂ ਹੀ ਦੁੱਧ ਪ੍ਰਮਾਤਮਾ ਨੇ ਮਾਂ ਦੇ ਥਣਾਂ 'ਚ ਪਾ ਦਿੱਤਾ ਤੇ ਤੈਨੂੰ ਰੱਬ ਨੇ ਦੁੱਧ ਪਿਲਾਇਆ। ਭਰ ਜੋਬਨ ਭੋਜਨ ਸੁਖ ਸੂਦ, ਜਦੋਂ ਤੂੰ ਜਵਾਨ ਹੋ ਗਿਆ, ਭਰ ਜਵਾਨੀ ਵਿੱਚ ਹੋ ਗਿਆ, ਤੇ ਪ੍ਰਮਾਤਮਾ ਨੇ ਤੈਨੂੰ ਚੰਗੇ ਚੰਗੇ ਭੋਜਨ ਖਾਣ ਦੀ ਸੋਝੀ ਦਿੱਤੀ। ਭਾਵ ਉਹ ਸਭ ਕੁਝ ਦਿੱਤਾ ਜੋ ਤੇਰੀ ਲੋੜ ਨੂੰ ਪੂਰਾ ਕਰ ਸਕਦਾ ਸੀ। ਰੱਬ ਨੇ ਢੇਰਾਂ ਦੇ ਢੇਰ ਖਾਣ ਵਾਲੀਆਂ ਚੀਜ਼ਾਂ ਦੇ ਪੈਦਾ ਕਰ ਦਿੱਤੇ,
ਤੇਰੀ ਵੱਧਦੀ ਹੋਈ ਉਮਰ ਦੇ ਮੁਤਾਬਕ ਪਰਮਾਤਮਾ ਨੇ ਹਰ ਇੱਕ ਚੀਜ਼ ਤੈਨੂੰ ਦਿੱਤੀ, ਪੈਦਾ ਕੀਤੀ ਵੀ ਕਿਤੇ ਮੇਰਾ ਪੈਦਾ ਕੀਤਾ ਹੋਇਆ ਮੇਰਾ ਪੁੱਤ ਦੁਖੀ ਨਾ ਹੋਵੇ। ਪਰ ਆਪਾਂ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਦੁਖੀ ਹੋ ਜਾਂਦੇ ਹਾਂ। ਜੋ ਦਿੱਤਾ ਹੈ ਨਾ ਰੱਬ ਨੇ ਉਹਦੇ ਵਿੱਚ ਖੁਸ਼ ਨਹੀਂ ਰਹਿੰਦੇ। ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਰੱਬ ਨੂੰ ਤਾਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੇ ਆ। ਬਿਰਧ ਭਇਆ ਉਪਰ ਸਾਕ ਸਹਿਣ, ਜਦੋਂ ਤੂੰ ਬੁੱਢਾ ਹੋ ਜਾਣਾ ਨਾ, ਜਵਾਨੀ ਲੰਘ ਜਾਂਦੀ ਤੇਰੀ, ਜਦੋਂ ਤੂੰ ਬੁੱਢਾ ਹੋ ਜਾਣਾ ਤੇ ਮਾਲਕ ਜੀ ਕਹਿੰਦੇ ਨੇ ਉਪਰ ਸਾਕ ਸਹਿਣ, ਬਜ਼ੁਰਗ ਹੁੰਦਿਆਂ ਸਾਰ ਤੇਰੀ ਸੇਵਾ ਕਰਨ ਦੇ ਲਈ ਪਰਮਾਤਮਾ ਸੱਜਣ ਸਾਕ ਮਿੱਤਰ ਪੈਦਾ ਕਰ ਦਿੰਦਾ ਹੈ। ਕਈ ਤਰ੍ਹਾਂ ਦੇ ਸਾਕ ਪੈਦਾ ਕਰ ਦਿੰਦਾ ਹੈ ਜਿਹੜੇ ਤੇਰੀ ਸੇਵਾ ਕਰਦੇ ਨੇ। ਜਦੋਂ ਧੀਆਂ ਪੁੱਤ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਨਾ ਕਰ ਸਕਣ ਤੇ ਪ੍ਰਮਾਤਮਾ ਪਤਾ ਨਹੀਂ ਕਿਹਨਾਂ ਨੂੰ ਪੈਦਾ ਕਰ ਦਿੰਦਾ ਹੈ ਸੇਵਾ ਕਰਨ ਦੇ ਲਈ। ਭਾਵ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖ। ਤੂੰ ਵੱਡਾ ਵੀ ਹੋ ਗਿਆ, ਮੰਜੇ ਤੇ ਪਿਆ, ਅਜੇ ਵੀ ਤੈਨੂੰ ਪ੍ਰਮਾਤਮਾ ਸਾਂਭ ਰਿਹਾ ਹੈ ਆਪਣੀ ਦਿੱਤੀ ਹੋਈ ਦਾਤ ਦੁਆਰਾ। ਆਹ ਜਿਹੜੇ ਤੇਰੀ ਸੇਵਾ ਕਰ ਰਹੇ ਨੇ ਨਾ, ਉਹ ਨਹੀਂ ਕਰ ਰਹੇ, ਪ੍ਰਮਾਤਮਾ ਉਹਨਾਂ ਤੋਂ ਕਰਵਾ ਰਿਹਾ ਹੈ। ਮੁਖ ਅਪਿਆਓ ਬੈਠ ਕੋ ਦੈਣ, ਤੈਨੂੰ ਬੈਠੇ ਹੋਏ ਨੂੰ ਚੰਗੇ ਚੰਗੇ ਭੋਜਨ ਮੂੰਹ 'ਚ ਪੈ ਰਹੇ ਨੇ। ਕੌਣ ਕਰ ਰਿਹਾ ਸਭ ਕੁਝ? ਕਹਿੰਦੇ ਅਕਾਲ ਪੁਰਖ ਵਾਹਿਗੁਰੂ। ਭਾਵ ਕਿ ਜ਼ਿੰਦਗੀ ਦੇ ਹਰ ਇੱਕ ਪੱਖ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਉਹਨੂੰ ਯਾਦ ਰੱਖ। ਤੂੰ ਜ਼ਿੰਦਗੀ 'ਚ ਕੁਝ ਵੀ ਕਰ ਰਿਹਾ ਨਾ, ਮੂਹਰੇ ਉਹਨੂੰ ਰੱਖ ਕੇ ਪ੍ਰਮਾਤਮਾ ਜੇ ਤੂੰ ਨਾ ਹੁੰਦਾ ਤੇ ਸ਼ਾਇਦ ਮੈਂ ਭੁੱਖਾ ਹੀ ਮਰ ਜਾਂਦਾ, ਤੂੰ ਨਾ ਹੁੰਦਾ ਸ਼ਾਇਦ ਮੈਂ ਨੰਗਾ ਤੁਰਿਆ ਫਿਰਦਾ, ਜੇ ਤੂੰ ਨਾ ਹੁੰਦਾ ਤੇ ਸ਼ਾਇਦ ਮੈਂ ਸੁਖੀ ਨਾ ਹੁੰਦਾ, ਜੇ ਤੂੰ ਨਾ ਹੁੰਦਾ ਤੇ ਸ਼ਾਇਦ ਮੇਰੀ ਇੱਜ਼ਤ ਹੀ ਨਾ ਹੁੰਦੀ। ਹਰ ਇੱਕ ਗੱਲ ਤੇ ਉਹਨੂੰ ਯਾਦ ਰੱਖੋਗੇ ਨਾ ਤੇ ਜ਼ਿੰਦਗੀ ਵਿੱਚ ਬੜਾ ਆਨੰਦ ਹੋਵੇਗਾ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਪਰ ਇਹ ਮੂਰਖ ਬੰਦਾ ਰੱਬ ਦੀਆਂ ਦਿੱਤੀਆਂ ਹੋਈਆਂ ਇੰਨੀਆਂ ਦਾਤਾਂ ਨੂੰ ਯਾਦ ਹੀ ਨਹੀਂ ਰੱਖਦਾ ਹੈ, ਰੱਬ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਯਾਦ ਹੀ ਨਹੀਂ ਰੱਖਦਾ ਹੈ। ਬਖਸ਼ ਲਿਹੋ ਹੇ ਵਾਹਿਗੁਰੂ, ਤੂੰ ਇਹਨੂੰ ਬਖਸ਼ ਦੇ। ਜੇ ਤੂੰ ਇਹਦੇ ਤੇ ਰਹਿਮਤ ਕਰੇ ਤੋ ਨਾਨਕ ਸੀਜੈ, ਫਿਰ ਕਿਤੇ ਜਾ ਕੇ ਇਹ ਆਪਣੀ ਜ਼ਿੰਦਗੀ ਨੂੰ ਸਫਲ ਕਰ ਸਕਦਾ ਹੈ। ਨਹੀਂ ਤਾਂ ਜੋ ਹਾਲਾਤ ਨੇ ਇਸ ਬੰਦੇ ਦੇ ਨਾ, ਇਦਾਂ ਲੱਗਦਾ ਵੀ ਆਪਣੀ ਜ਼ਿੰਦਗੀ ਗਰਕ ਕਰਕੇ ਜਾਏਗਾ। ਅੱਜ ਬੰਦਾ ਨਾ ਸ਼ੁਕਰਾ ਹੋਇਆ ਫਿਰਦਾ ਹੈ, ਇਸ ਲਈ ਹੀ ਬੰਦਾ ਦੁਖੀ ਹੈ। ਸੋ ਆਓ ਗੁਰੂ ਅਰਜਨ ਸਾਹਿਬ ਦੇ ਇਹਨਾਂ ਬਚਨਾਂ ਨੂੰ ਕਰੀਏ ਜੀ ਫੋਲੋ ਤੇ ਗੁਰੂ ਅਰਜਨ ਸਾਹਿਬ ਦਾ ਧੰਨਵਾਦ ਕਰੀਏ। ਮਹਾਰਾਜ ਕਿਰਪਾ ਕਰੀ ਅਸੀਂ ਵੀ ਤੇਰੀਆਂ ਇਹਨਾਂ ਸਿੱਖਿਆਵਾਂ ਮੁਤਾਬਕ ਤੁਰ ਕੇ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰੀਏ ਜਿਸ ਅਕਾਲ ਪੁਰਖ ਨੇ ਸਾਨੂੰ ਸਰੀਰ, ਇੱਜ਼ਤ ਮਾਣ, ਚੰਗੇ ਸਾਕ ਸੱਜਣ, ਘਰ-ਬਾਰ ਇਹ ਸਭ ਕੁਝ ਦਿੱਤਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਬਤੀਤ ਕਰ ਰਹੇ ਹਾਂ। ਇਤਨੀਆਂ ਬੇਨਤੀਆਂ ਸਵੀਕਾਰ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ ਪਿਆਰ ਸਤਿਕਾਰ ਨਾਲ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।